ਉਹਦੀ बीवी ਦੇ ਰਿਸ਼ਤੇਦਾਰਾਂ ਨੂੰ, ਜਿਹੜੇ ਉਹਦੇ ਸਕੇ ਸੀ, ਉਹਨਾਂ ਨੂੰ ਸਾਰਿਆਂ ਨੂੰ ਇਹ ਯਕੀਨ ਸੀ ਵੀ ਜੋ ਇਹ ਦੁਆ ਕਰ ਦੇਵੇ ਉਹ ਕਬੂਲ ਅੱਲਾ ਕਰ ਲੈਂਦੇ, ਉਹ ਹੋ ਜਾਂਦੀ। ਲੇਕਿਨ ਹੈਗੇ ਗਮਰਾਹ ਸੀ, ਇਹਦੇ ਤੋਂ ਹਦਾਇਤ ਨਹੀਂ ਸਿੱਖਦੇ ਸੀ, ਦੁਆਵਾਂ ਕਰਾਉਂਦੇ ਸੀ ਸਾਡੀ ਬਿਮਾਰੀ ਚੱਲ ਜਾਵੇ, ਸਾਨੂੰ ਫਤਹ ਹੋ ਜਾਵੇ, ਸਾਡਾ ਰਿਜ਼ਕ ਵੱਧ ਜਾਵੇ, ਸਾਡੇ ਔਲਾਦ ਹੋ ਜਾਵੇ। ਯਾਨੀ ਇਸ ਤਰ੍ਹਾਂ ਦੇ ਦੁਨਿਆਵੀ ਕੰਮਾਂ ਦੀ ਦੁਆ ਕਰਾਉਂਦੇ ਸੀ ਰਿਸ਼ਤੇਦਾਰੀ ਦੀ ਧੌਂਸ ਨਾਲ। ਹੈਗੇ ਗਮਰਾਹ ਸੀ, ਹਦਾਇਤ ਅਖਤਿਆਰ ਨਹੀਂ ਕਰਦੇ ਸੀ ਕਿ ਅੱਲਾ ਦਾ ਵਲੀ ਆ, ਇੱਥੋਂ ਤੁਸੀਂ ਫੈਜ਼ੋ ਬਰਕਤ ਹਾਸਿਲ ਕਰੋ, ਇਹਦੇ ਕਹਿਣੇ 'ਤੇ ਤੁਸੀਂ ਚੱਲੋ, ਨਾ ਕਿ ਇਹਨੂੰ ਆਪਣੇ ਕਹਿਣੇ 'ਤੇ ਚਲਾਉਂਦੇ ਹੋ ਤੁਸੀਂ। ਹੁਣ ਉਹਦੇ ਦੇਖੋ ਸਮਝਣ ਵਾਲੀ ਚੀਜ਼ ਹੈ ਨਾ, ਅੱਲਾ ਸਮਝ ਅਤਾ ਕਰਨਗੇ। ਅਤੇ ਕੁਰਾਨ ਪਾਕ ਦੀ ਕੋਈ ਤੁਸੀਂ ਸੂਰਤ ਲੈ ਲਓ, ਕੋਈ ਵਾਕਿਆ ਲੈ ਲਓ, ਇਨਸਾਨ ਦੇ ਪੈਦਾ ਹੋਣੇ ਤੋਂ ਮਰਨੇ ਤੱਕ ਦਾ ਸਾਰਾ ਉਹਦੇ 'ਚੋਂ ਹੀ ਸਮਝ ਅਗਰ ਅੱਲਾ ਦੇਣ, ਸਾਰਾ ਕੁਛ ਉਹ 'ਚੋਂ ਸਮਝ ਆਉਂਦਾ ਕਿ ਅਸੀਂ ਕੀ ਕਰਨਾ ਹੈ, ਸਾਨੂੰ ਅੱਲਾ ਕੀ ਹੁਕਮ ਦੇ ਰਹੇ ਆ, ਅੱਲਾ ਰਾਜ਼ੀ ਕਿਹੜੇ ਕੰਮ ਵਿੱਚ ਹੈ। ਹੁਣ ਉਹਦੇ ਦੇਖੋ ਉਸ ਵਕਤ ਦੇ ਜਿਹੜੇ ਨਬੀ ਸੀ, ਅੱਲਾ ਨੇ ਹੁਕਮ ਦਿੱਤਾ ਕਿ ਇਹਨਾਂ 'ਤੇ ਬਈ ਇਹ ਬਲਮਬੋਰ ਦੀ ਕੌਮ 'ਤੇ ਤੁਸੀਂ ਨਾ ਹਮਲਾ ਕਰੋ, ਇਹ ਹਦਾਇਤ 'ਤੇ ਨਹੀਂ ਆਉਂਦੇ। ਨਬੀ ਫੌਜਕਸ਼ੀ ਕਰਕੇ ਗਏ। ਹੁਣ ਜਦੋਂ ਕੌਮ ਨੂੰ ਪਤਾ ਲੱਗਾ, ਉਹ ਸਾਰੇ ਉਹਦੇ ਹੁਣ ਸਾਲੇ ਸਹੁਰੇ ਚਾਚੇ ਮਾਮੇ, ਕਿਉਂਕਿ ਸਾਰੀ ਉਹਦੀ ਰਿਸ਼ਤੇਦਾਰੀ ਜਿੰਨੀ ਵੀ ਸੀਗੀ, ਉਹ ਸਾਰੇ ਇਕੱਠੇ ਹੋ ਕੇ ਆ ਗਏ ਕਿ ਜੀ ਨਬੀ ਆ ਰਹੇ ਆ ਫੌਜ ਲੈ ਕੇ, ਤਾਂ ਤੁਸੀਂ ਦੁਆ ਕਰੋ ਉਹਨਾਂ ਨੂੰ ਸ਼ਿਕਸਤ ਹੋ ਜਾਵੇ, ਸਾਨੂੰ ਫਤਹ ਹੋ ਜਾਵੇ। ਹੁਣ ਇਹ ਤਾਂ ਅੱਲਾ ਦਾ ਵਲੀ ਸੀ, ਉਹਨੂੰ ਕਿਹਾ ਨਬੀ ਦੇ ਖਿਲਾਫ ਦੁਆ ਨਹੀਂ ਕਰਨੀ, ਨਬੀ ਦੀ ਮੁਖਾਲਫਤ ਨਹੀਂ ਕਰੀਦੀ, ਨਬੀ ਦੇ ਫਰਮਾਨ 'ਤੇ ਅਮਲ ਕਰੀਦਾ, ਨਬੀ ਦਾ ਫਰਮਾਨ ਟਾਲੀਦਾ ਨਹੀਂ, ਨਬੀ ਦਾ ਫਰਮਾਨ ਅੱਲਾ ਦਾ ਫਰਮਾਨ ਹੈ। ਅੱਲਾ ਰਸੂਲ ਦਾ ਫਰਮਾਨ ਨਹੀਂ ਮੰਨਾਂਗੇ, ਗਰਕ ਹੋ ਜਾਵਾਂਗੇ, ਬੇਦੀਨ ਹੋ ਜਾਵਾਂਗੇ, ਅਤੇ ਨਬੀ ਦੇ ਖਿਲਾਫ ਅੱਲਾ ਕਬੂਲ ਨਹੀਂ ਕਰਨਗੇ। ਲੇਕਿਨ ਉਹ ਪੱਕੇ ਸੀ, ਉਹਨੇ ਕਿਹਾ ਤੂੰ ਕਰ ਤਾਂ ਸਹੀ ਨਾ। ਹੁਣ ਰਿਸ਼ਤੇਦਾਰਾਂ ਨੇ ਉਹਨੂੰ ਕੀ ਕਰ ਦਿੱਤਾ, ਗਮਰਾਹ ਕਰ ਦਿੱਤਾ, ਵਲਾਇਤ ਤੋਂ ਗਿਰ ਗਿਆ। ਕਿਉਂ? ਰਿਸ਼ਤੇਦਾਰੀ ਦਾ ਪਾਸ ਰੱਖ ਲਿਆ, ਹਾਲਾਂਕਿ ਉਹਨਾਂ ਨੇ ਮਜਬੂਰ ਕੀਤਾ, ਕਰਦੇ ਨਹੀਂ ਸੀ ਉਹ, ਲੇਕਿਨ ਰਿਸ਼ਤੇਦਾਰਾਂ ਨੇ ਮਜਬੂਰ ਕਰਕੇ ਨਬੀ ਦੇ ਖਿਲਾਫ ਦੁਆ ਕਰਾ ਦਿੱਤੀ। ਵਾਕਈ ਅੱਲਾ ਨੇ ਕਬੂਲ ਕਰ ਲਈ, ਨਬੀ ਨੂੰ ਸ਼ਿਕਸਤ ਹੋ ਗਈ, ਲੇਕਿਨ ਵਲਾਇਤ ਖਤਮ ਹੋ ਗਈ। ਵਲਾਇਤ ਖਤਮ ਹੋ ਗਈ, ਰਿਸ਼ਤੇਦਾਰਾਂ ਦਾ ਕਹਿਣਾ ਮੰਨ ਲਿਆ ਅੱਲਾ ਰਸੂਲ ਦੇ ਖਿਲਾਫ। ਸਮਝਣ ਦੀਆਂ ਚੀਜ਼ਾਂ ਨਾ, ਅੱਲਾ ਨੇ ਕੋਈ ਦਿਲਚਸਪੀ ਲਈ ਨਹੀਂ ਵਾਕਈ ਲਿਖੇ ਵੀ ਇਹ ਕਹਾਵਤਾਂ ਆ ਜਾਂ ਕਹਾਣੀਆਂ ਆ, ਬੈਠੇ ਗੱਲਾਂ ਕਰੋ, ਖੁਸ਼ ਹੋਵੋ, ਸੁਣੋ ਇੱਕ ਦੂਏ ਤੋਂ ਬਈ ਇਹ ਕੀ ਆ। ਅੱਲਾਹ ਤਾਲਾ ਨੇ ਜੋ ਲਿਖਿਆ ਉਹ ਤੋਂ ਸਬਕ ਸਿੱਖਣਾ ਹੈ। ਅੱਲਾਹ ਫਰਮਾਉਂਦੇ ਇਹ ਪਰਹੇਜ਼ਗਾਰਾਂ ਲਈ ਇਹਦੇ 'ਚ ਹਦਾਇਤ ਆ, ਬੇਹਦਾਇਤਾਂ ਲਈ ਕੁਛ ਵੀ ਨਹੀਂ ਇਹਦੇ 'ਚ ਕੁਰਾਨ ਪਾਕ ਵਿੱਚ। ਹੁਣ ਰਿਸ਼ਤੇਦਾਰਾਂ ਦਾ ਕਹਿਣਾ ਮੰਨ ਕੇ ਵਲਾਇਤ ਖਤਮ ਹੋ ਗਈ, ਰਿਸ਼ਤੇਦਾਰੀ ਪਿੱਛੇ ਚੱਲ ਪਏ। ਫਿਰ ਵੀ ਅੱਲਾ ਨੇ ਮਿਹਰਬਾਨੀ ਕੀਤੀ ਕਿ ਹਾਲੇ ਮੈਂ 3 ਦੁਆਵਾਂ, ਹੁਣ ਵਲਾਇਤ ਤਾਂ ਨਹੀਂ ਰਹੀ ਤੁਹਾਡੀ, ਰਿਸ਼ਤੇਦਾਰਾਂ ਦਾ ਕਹਿਣਾ ਮੰਨ ਲਿਆ, ਅੱਲਾ ਰਸੂਲ ਦੇ ਖਿਲਾਫ, ਵਲਾਇਤ ਖਤਮ ਹੋ ਗਈ। ਫਿਰ ਅੱਲਾ ਦਾ ਨਬੀ ਆਏ, ਉਹਨਾਂ ਨੇ ਦੱਸਿਆ ਕਿ ਅੱਲਾਹ ਤਾਲਾ ਫਰਮਾਉਂਦੇ ਆ ਹਾਲੇ ਮੈਂ 3 ਦੁਆਵਾਂ ਹੋਰ ਕਬੂਲ ਕਰ ਲਵਾਂ, ਕਿਉਂਕਿ ਉਹਨਾਂ ਨਬੀਆਂ ਨੇ ਦੁਆ ਕੀਤੀ ਨਾ ਕਿ ਬਾਰੀ ਤਾਲਾ ਆਪ ਹੀ ਫਰਮਾਇਆ ਵੀ ਇਹਨਾਂ 'ਤੇ ਹਮਲਾ ਕਰੋ, ਆਪ ਹੀ ਸ਼ਿਕਸਤ ਦੇਤੀ, ਇਹ ਕੀ ਹੋ ਗਿਆ। ਅਤੇ ਅੱਲਾਹ ਤਾਲਾ ਮੈਂ ਬਲਮਬੋਰ ਨੇ ਕਦੀ ਦੁਆ ਹੀ ਨਹੀਂ ਕੀਤੀ ਸੀ, ਇਹ ਮੇਰਾ ਬੜਾ ਕਾਮਲ ਵਲੀ ਸੀ, ਹੁਣ ਇਹਦੀ ਵਲਾਇਤ ਖਤਮ ਕਰ ਦਿੱਤੀ ਹੈ। ਉਹਨੇ ਦੁਆ ਕੀਤੀ, ਮੈਂ ਦੁਆ ਉਹਦੀ ਰੱਦ ਨਹੀਂ ਕੀਤੀ, ਤੈਨੂੰ ਸ਼ਿਕਸਤ ਹੋ ਗਈ। ਅਤੇ ਹਾਲੇ ਹੋਰ ਵੀ ਮੈਂ 3 ਦੁਆਵਾਂ ਉਹਦੀਆਂ ਮੰਨਣੀਆਂ, ਉਹਨੂੰ ਜਾ ਕੇ ਦੱਸ ਦਿਓ। ਹੁਣ ਕੌਮ ਦਾ ਕਹਿਣਾ ਮੰਨ ਕੇ ਵਲਾਇਤ ਖਤਮ, ਲੇਕਿਨ ਮੁਸਲਮਾਨ ਹਲੇ ਹੈਗਾ ਸੀ। ਹੁਣ ਉਹ 3 ਦੁਆਵਾਂ ਦਾ ਜਿਸ ਲਿਆ ਕੇ ਉਹਨਾਂ ਨੇ ਸੁਣਾਇਆ ਮੁਸਦਾ ਵੀ ਹਾਲੇ ਵੀ ਤੇਰੇ ਲਈ ਖੁਸ਼ਖਬਰੀ ਆ, 3 ਦੁਆਵਾਂ ਤੇਰੀਆਂ ਹਾਲੇ ਅੱਲਾ ਨੇ ਹੋਰ ਮੰਨ ਲੈਣੀਆਂ, ਜੋ ਮਰਜ਼ੀ ਮੰਗ ਲੈ। ਹੁਣ ਬੀਵੀ ਦੀ ਮੁਹੱਬਤ ਆੜੇ ਆ ਗਈ। ਹੁਣ ਬੀਵੀ ਕਹਿਣ ਲੱਗੀ 3 ਦੁਆਵਾਂ ਤਾਂ ਬੜੀ ਸ਼ੈ ਹੁੰਦੀਆਂ ਹੈਂ, ਇੱਕ ਤਾਂ ਮੇਰੇ ਲਈ ਕਰ ਦੇ। ਬਾਬੇ ਦੀ ਮੱਤ ਮਾਰੀ ਗਈ ਕਿ ਸਭ ਤੋਂ ਪਹਿਲਾਂ ਤਾਂ ਤੂੰ ਹੁਣ ਈਮਾਨ ਮੰਗ ਲਾ, ਪਿਛਲੀਆਂ 2 ਨੂੰ ਜਿੱਧਰ ਮਰਜ਼ੀ ਕਰ ਲਈ ਕਿ ਬਾਰੀ ਤਾਲਾ ਮੇਰੇ 'ਤੇ ਜਿਹੜੀ ਤੇਰੀ ਨਾਰਾਜ਼ਗੀ ਆ ਉਹ ਦੂਰ ਫਰਮਾ ਦੇ, ਮੈਨੂੰ ਤੌਫੀਕ ਔਰ ਹਿੰਮਤ ਅਤਾ ਕਰ, ਮੈਂ ਤੇਰੇ ਔਰ ਤੇਰੇ ਨਬੀ ਦੇ ਫਰਮਾਨ 'ਤੇ ਰਹਾਂ।
मेरी कोताही माफ़ कर दो। माफ़ी मंगन नहीं मंगी, हुण बीवी ने कहता एक दुआ मेरे लिए कर दे, मैं 16 सालों की जवान कुड़ी खूबसूरत हो जावां। बाबे उन्होंने वो जिदा मत मार हो जाती ना, जो अल्लाह रसूल की मुखालफत होवे तो वो ईमान की गल समझ ही नहीं होती। हुण मत मारी गई, दुआ कर दी थी कि बारी ताला इनू जवान कर दे, खूबसूरत कर दे। वो 15-16 सालों की खूबसूरत दशीज़ा बन गई। जिसलिए इस तरह हो गया तो हुण की बई, हुण बाबा उन्होंने पसंद आता, 80 सालों का बाबा पसंद आता 16 साल की कुड़ी नूं। वो कोई शहजादा उतों गुजर रहा सी, उन्हें देखा भी ये तो महलों च रहने वाली शहजादी आ, इत्थे बाबे की झुग्गी च बैठी है, इत्थे इहदा की काम है। उन्हें जो इशारा किया वो फौरन उठी तो उठ के उन्हें घोड़े पर चढ़ गई। हुण उन्हें देखो अपना ईमान नहीं मंगया, उहदे लई औरत का कहना किन्नी छेती मन लिया। हुण औरत का कहना मन के जहन्नमी हो गया। कौम का कहना मन्निया सी, वलैत गई, औरत का कहना मन लिया, जिदा रन मरीज कहते हैं, औरत का कहना मान लिया, ईमान भी गया। हुण की होया, वो जिसले देखा भी वो घोड़े ते बैठी जाती है, फिर गुस्सा आया, गैरत आ गई कि दुआ मेरी खराब कराई, मैं ईमान भी ना मंगया, कुछ भी ना मंगया है जी, इनू कीता सी तो ये हुण इदां घोड़े ते चढ़ी जाती है। फिर दुआ की थी, अल्लाह मियाँ इनू कुत्ती कर दे, वो कुत्ती बन गई। वो शहजादे ने जो पीछे देखा भी हुणे तो खूबसूरत लड़की सी तो हुणी मेरे मगर काली कुत्ती बैठी है। उन्हें गए तो कोई चड़ेल बुला आया या की मुसीबत आ, उन्हें धक्का मार के उत्थे सिटी तो घोड़ा भजा के नस गया। वो हुण पूछ लाउंदी फिर आ गई उत्थे झुग्गी च बाबे हुण साले सहुरे ताए मामे चाचे जो रिश्तेदारी सी बच्चे फिर इकट्ठे हो गए उहदे गिरद कि जी चलो कोई नहीं, औरत ज़ात सी ना, इन्हें हुण औरत ज़ात ने जहन्नम पहुँचा दिता। बई हुण तू अकल कर ला, कसमां नूं कहा कुत्ती रह चाहे सूरनी रह चाहे कुछ रह, मैनू की मैं तो ईमान मंग लवां। नहीं वो भी दुआ उहदे ते ही गर्क होई। वो सारी कौम रिश्तेदार लो जी इन्ना उम्र गुजारी आ, इह चो तुहाडी औलाद आ, चलो जिद्दां दी सीगी उदां दी हो जावे। बई उदां दी करके हुण फायदा, जहन्नमी तो हो गए, वो भी जहन्नमन तू भी जहन्नमी, तू हुण बख्शिश मंग ला उहदे लई। वो बेशक कुत्ती आ कुछ आ, बख्शिश मंगनी चाहिए सी कि बारी तला साड़ियाँ खतावां नूं माफ़ कर दे, साड़ी बख्शिश हो जाए। लेकिन नहीं, क्योंकि अल्लाह रसूल की मुखालफत की सी, कौम के कहने ते, गुमराह कौम के कहने ते, गुमराह कौम का कहना मन लिया, अल्लाह रसूल की मुखालफत कर ली, मुड़ के औरत का कहना मन लिया तो वो जहन्नमी हो गया, जी गुरती ईमान दी वो भी खत्म हो गई। हुण ये समझण दियां चीज़ां हैं। जिस तरह एक दूसरा वाक्या देखो, बेशुमार वाक्यात है इस तरह के कि औरतों के कहने च आदमी जलील हुंदे आ,